एक की कमाई से कुछ होता नहीं, बहुत तकलीफ है। घर का किराया भी मैं दे नहीं सकती, 3 बच्चे इनको पढ़ा नहीं सकती। RCT बैंक ऑफ बड़ौदा ने कंप्यूटर की तालीम दी थी, उसमें हमको लाइसेंस सब फ्री में, यूनिफॉर्म सब बना के दिया फ्री में। और फिर वो ऑटो चलाना सीख गई। फिर बैंक ऑफ बड़ौदा ने जो प्रधानमंत्री मुद्रा योजना के अंतर्गत मेरे को 1,80,000 की लोन मंजूर की और उससे ऑटो मैंने खरीदी। ਤੁਸੀਂ ਹਰੇ, ਪੀਲੇ ਤੇ ਕਾਲੇ ਰੰਗ ਦਾ ਆਟੋ ਰਿਕਸ਼ਾ ਤਾਂ ਵੇਖਿਆ ਹੋਣਾ ਹੈ, ਪਰ ਗੁਲਾਬੀ ਰੰਗ ਦਾ ਆਟੋ ਸ਼ਾਇਦ ਹੀ ਵੇਖਿਆ ਹੋਵੇ। ਆਟੋ ਦਾ ਇਹ ਅਨੋਖਾ ਰੰਗ ਮਹਿਜ਼ ਇੱਕ ਰੰਗ ਹੀ ਨਹੀਂ ਹੈ, ਬਲਕਿ ਜ਼ਿੰਦਗੀ ਦੇ ਰੰਗ ਬਦਲਣ ਵਾਲੀ ਹੈ। ਸਿਰਫ ਆਟੋ ਦਾ ਰੰਗ ਹੀ ਗੁਲਾਬੀ ਨਹੀਂ ਹੈ, ਬਲਕਿ ਡਰਾਈਵਰ ਦੇ ਲਿਬਾਸ ਵੀ ਗੁਲਾਬੀ ਨੇ, ਜੋ ਟਰਾਂਸਪੋਰਟ ਪ੍ਰਣਾਲੀ ਦੀ ਵਿਲੱਖਣਤਾ ਬਿਆਨ ਕਰਦੇ ਨੇ ਤੇ ਮੁਸਾਫਰਾਂ ਵਿੱਚ ਅਨੋਖਾ ਰੰਗ ਵੀ ਭਰਦੇ ਨੇ। ਹੱਥਾਂ ਵਿੱਚ ਆਟੋ ਰਿਕਸ਼ੇ ਦਾ ਸਟੀਅਰਿੰਗ ਫੜ ਕੇ ਸੜਕਾਂ ਉੱਪਰ ਫਰਾਟੇ ਭਰ ਰਹੀ ਬਬੀਤਾ ਰਾਮਪਾਲ ਗੁਪਤਾ ਸ਼ਹਿਰੀਕਰਨ ਵਿੱਚ ਮਹਿਲਾ ਸ਼ਕਤੀਕਰਨ ਦੀ ਝੰਡਾ ਬਰਦਾਰ ਹੈ। ਬਬੀਤਾ ਸਣੇ ਅਨੇਕ ਮਹਿਲਾਵਾਂ ਨੂੰ ਸਰਕਾਰ ਵੱਲੋਂ ਆਟੋ ਰਿਕਸ਼ਾ ਦਾ ਤੋਹਫਾ ਮਿਲਿਆ ਹੈ, ਜਿਸ ਨੇ ਉਹਨਾਂ ਦੀ ਹਨੇਰੇ ਭਰੀ ਜ਼ਿੰਦਗੀ ਵਿੱਚ ਰੌਸ਼ਨੀ ਭਰ ਦਿੱਤੀ ਹੈ। ਬਬੀਤਾ 20 ਤੋਂ 25 ਹਜ਼ਾਰ ਰੁਪਏ ਕਮਾਉਂਦੀ ਹੈ। ਪਹਿਲਾਂ ਕਿਰਾਏ ਦਾ ਘਰ ਸੀ, ਹੁਣ ਉਸ ਦਾ ਆਪਣਾ ਆਸ਼ੀਆਨਾ ਹੈ। ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਬਿਹਤਰ ਸਕੂਲ ਵਿੱਚ ਸਿੱਖਿਆ ਦੇਣ ਦੀ ਹਸਰਤ ਪੂਰੀ ਹੋ ਰਹੀ ਹੈ। ਸ਼ਹਿਰੀਕਰਨ ਵਿੱਚ ਆਪਣੇ ਹਿੱਸੇ ਦੀ ਹਿੱਸੇਦਾਰੀ ਨਿਭਾਉਣ ਵਾਲੀ ਬਬੀਤਾ ਦੀ ਜ਼ੁਬਾਨੀ पिंक ऑटो दी कहानी। ये रिक्शा हमें केंद्र सरकार, राज्य सरकार द्वारा मिली है। पहले हमारी इनकम कंपनी में जाते थे सर, हम काम करते थे, काम में हमें 10-15 हज़ार पगार मिलती थी, जो 10 तारीख 12 तारीख बार बार घुमाया करते थे। हमें पगार भी टाइम पे नहीं मिलता और हम बहुत परेशान रहते थे सर। ये रिक्शा हमें चलाते 4 साल 6 महीना हुआ, जिसमें से कि हमने अपना खुद का घर ले लिया है और हमारी डेली की इनकम एक दिन की कम से कम 1000-1200 रुपये हम कमा लेते हैं। इससे तो हमारी ज़िंदगी पूरी बदल गई है। जहाँ हम एक भाड़ोत्री थे, आज हम खुद के घर वाले बोल सकते हैं और अपने बच्चों को अच्छे स्कूल में पढ़ा सक रहे हैं। हम जो चाहते हैं वो हम कर सकते हैं। हमें इससे बहुत मदद मिली है। ਹੁਣ ਉਹ ਦਿਨ ਲੰਘ ਗਏ ਜਦ ਮਹਿਲਾਵਾਂ ਨੂੰ ਘਰ ਦੀ ਦਹਲੀਜ਼ ਟੱਪ ਕੇ ਬਾਹਰ ਨਿਕਲਣ ਉੱਤੇ ਸਖਤ ਪਹਿਰਾ ਲੱਗਿਆ ਹੁੰਦਾ ਸੀ, ਜਾਂ ਮਹਿਲਾਵਾਂ ਘਰ ਤੋਂ ਨਿਕਲਣ ਵਿੱਚ ਖੁਦ ਸੰਗਦੀਆਂ ਸਨ। ਹੁਣ ਮਹਿਲਾਵਾਂ ਦੇਰ ਰਾਤ ਤੱਕ ਸੂਰਤ ਸਮੇਤ ਅਨੇਕਾਂ ਸ਼ਹਿਰਾਂ ਵਿੱਚ ਆਟੋ ਰਿਕਸ਼ਾ ਚਲਾ ਰਹੀਆਂ ਨੇ ਤੇ ਸ਼ਹਿਰ ਦੀ ਤਰੱਕੀ ਦੀ ਇਬਾਰਤ ਲਿਖ ਰਹੀਆਂ ਨੇ। पिंक ऑटो हमको जो मिली उससे मुझे बहुत ही राहत मिली है। अभी बच्चों को भी मैं बहुत अच्छे से हम पढ़ा सकते हैं, उनको ट्यूशन भी करवा सकते हैं। हम पहले बड़े के घर में रहते थे, अभी अपना खुद का घर भी ले लिया है और हमारी जो आर्थिक परिस्थिति जो है वो पहले से पिंक ऑटो चलाने से पहले से ज़्यादा बेहतर बन गई है, बहुत अच्छी बन गई है। ਗੁੱਡ ਗਵਰਨੈਂਸ ਦੀ ਖੂਬਸੂਰਤ ਝਲਕ ਇਸ ਸ਼ਾਨਦਾਰ ਪਹਿਲ ਵਿੱਚ ਵੇਖੀ ਜਾ ਸਕਦੀ ਹੈ। ਸੁਸ਼ਾਸਨ ਜ਼ਮੀਨ ਤੇ ਉਦੋਂ ਉਤਰਦਾ ਏ ਜਦ ਸ਼ਹਿਰ ਦੀ ਕਾਨੂੰਨ ਵਿਵਸਥਾ ਠੀਕ ਹੋਵੇ। ਆਮ ਤੌਰ ਤੇ ਆਟੋ ਰਿਕਸ਼ਾ ਵਿੱਚ ਸਫ਼ਰ ਕਰਨ ਲਈ ਕੁਝ ਮਹਿਲਾਵਾਂ ਅਸਹਿਜ ਮਹਿਸੂਸ ਕਰਦੀਆਂ ਨੇ, ਪਰ ਉਹਨਾਂ ਮਹਿਲਾਵਾਂ ਲਈ ਪਿੰਕ ਆਟੋ ਇੱਕ ਚੰਗਾ ਬਦਲ ਬਣ ਰਿਹਾ ਏ, ਜੋ ਸੇਫਟੀ ਨਾਲ ਸਮਝੌਤਾ ਕੀਤੇ ਬਿਨਾਂ ਇਸ ਰਿਕਸ਼ੇ ਦੀ ਸਵਾਰੀ ਪਸੰਦ ਕਰਦੀਆਂ ਨੇ। मैं कॉलेज जाने के लिए घर से निकलती हूँ तो मुझे अच्छा फील नहीं होता है, रिक्शा पकड़ने में बहुत तकलीफ होती है। फिर बाद में मुझे पिंक ऑटो दिखती है। पिंक ऑटो में बैठना मैं ज़्यादा पसंद करती हूँ क्योंकि वो लेडीज़ की होती है और उसमें सारे गर्ल्स बैठे रहते हैं। ਸੜਕਾਂ ਉੱਪਰ ਮਹਿਲਾ ਸੁਰੱਖਿਆ ਨੂੰ ਲੈ ਕੇ ਕਈ ਵਾਰ ਸਵਾਲ ਖੜੇ ਹੁੰਦੇ ਨੇ, ਪਰ ਮਹਿਲਾਵਾਂ ਖੁਦ ਆਟੋ ਚਲਾ ਕੇ ਆਪਣੀ ਆਤਮ ਨਿਰਭਰਤਾ ਦਾ ਸੰਕੇਤ ਦੇ ਰਹੀਆਂ ਨੇ, ਜਿਸ ਨੂੰ ਦੇਸ਼ ਵਾਸਤੇ ਇੱਕ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ। ਇਹ ਸੰਭਵ ਹੋ ਪਾਇਆ ਹੈ ਸੇਵਾ, ਸਮਰਪਣ ਤੇ ਸੁਸ਼ਾਸਨ ਦੇ 20 ਸਾਲ ਦੇ ਸੁਨਹਿਰੇ ਸਫ਼ਰ ਕਾਰਨ। ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੇ ਸਫ਼ਰ ਵਿੱਚ PM ਮੋਦੀ ਨੇ ਵਿਕਾਸ ਦਾ ਤਾਣਾ ਬਾਣਾ ਬੁਣਿਆ। ਇਸ ਦੀ ਖੂਬਸੂਰਤ ਝਲਕ ਪਹਿਲਾਂ ਗੁਜਰਾਤ ਦੇ ਵਿਕਾਸ ਮਾਡਲ ਵਿੱਚ ਵੇਖੀ ਗਈ। ਹੁਣ ਪੂਰਾ ਦੇਸ਼ ਗੁਜਰਾਤ ਦੇ ਵਿਕਾਸ ਮਾਡਲ ਨੂੰ ਅਪਣਾ ਕੇ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਵਧੀਆ ਬਹੁਮਤ ਨਾਲ ਕੇਂਦਰ ਦੀ ਸੱਤਾ ਵਿੱਚ ਆਉਣ ਮਗਰੋਂ ਹੀ ਗਰੀਬਾਂ ਪ੍ਰਤੀ ਜੋ ਆਪਣੀ ਵਚਨਬੱਧਤਾ ਦਿਖਾਈ ਸੀ, ਇਹ ਉਸੇ ਦਾ ਨਤੀਜਾ ਹੈ ਕਿ ਸਮਾਜ ਦੇ ਹਾਸ਼ੀਏ ਤੇ ਪਏ ਲੋਕ ਵੀ ਹੁਣ ਸੁਸਾਇਟੀ ਦੀ ਮੁੱਖ ਧਾਰਾ ਨਾਲ ਜੁੜ ਰਹੇ ਨੇ। मैं गवर्नमेंट को पूरी तरह से सपोर्ट करती हूँ। मोदी गवर्नमेंट इज़ डूइंग अ ग्रेट जॉब। उन्होंने बहुत कुछ किया है। माई सैल्यूट। ਇੱਕ ਸ਼ਹਿਰ ਨੂੰ ਬਣਾਉਣ, ਰਚਾਉਣ ਤੇ ਵਸਾਉਣ ਵਿੱਚ ਗਰੀਬਾਂ ਤੇ ਮਜ਼ਦੂਰਾਂ ਦਾ ਬਹੁਤ ਪਸੀਨਾ ਵਹਿੰਦਾ ਏ।
ਇਹਨਾਂ ਮਜ਼ਦੂਰਾਂ ਦੀ ਆਪਣੀ ਦੁਨੀਆ ਭਾਵੇਂ ਨਹੀਂ ਵਸ ਪਾਉਂਦੀ, ਪਰ ਇੱਕ ਸ਼ਹਿਰ ਨੂੰ ਵਸਾਉਣ ਵਿੱਚ ਉਹ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਨੇ, ਤਦ ਇੱਕ ਸੁਪਨਿਆਂ ਦਾ ਸ਼ਹਿਰ ਬਣਦਾ ਏ। ਪਰ ਹੁਣ ਮਜ਼ਦੂਰਾਂ ਤੇ ਗਰੀਬਾਂ ਦੇ ਪਸੀਨੇ ਦੀ ਕੀਮਤ ਚੰਗੀ ਤਰ੍ਹਾਂ ਮਿਲ ਰਹੀ ਏ। ਉਹ ਸ਼ਹਿਰੀਕਰਨ ਦੇ ਦੌਰ ਵਿੱਚ ਸ਼ਾਮਲ ਹੋ ਰਹੇ ਨੇ ਤੇ ਉਹਨਾਂ ਦੀ ਆਪਣੀ ਦੁਨੀਆ ਵੀ ਵਸ ਰਹੀ ਏ। ਆਮ ਹੋਵੇ ਜਾਂ ਖਾਸ, ਇੱਕ ਅਦਦ ਆਸ਼ੀਆਨੇ ਦੀ ਤਲਾਸ਼ ਹਰ ਕਿਸੇ ਨੂੰ ਹੁੰਦੀ ਏ। ਖਾਸ ਕਰਕੇ ਮੱਧ ਵਰਗ ਦੇ ਬਸ਼ਿੰਦੇ ਆਸ਼ੀਆਨੇ ਲਈ ਵਰਿਆਂ ਬੱਧੀ ਸੁਪਨੇ ਸਜਾਉਂਦੇ ਨੇ। ਕੁਝ ਸੁਪਨੇ ਸਾਕਾਰ ਹੁੰਦੇ ਨੇ ਤੇ ਕੁਝ ਦੇ ਸੁਪਨੇ ਟੁੱਟ ਵੀ ਜਾਂਦੇ ਨੇ। ਸਮਾਜ ਦੇ ਆਖਰੀ ਪੜਾਅ ਤੇ ਬੈਠੇ ਲੋਕਾਂ ਲਈ ਪੱਕੇ ਮਕਾਨ ਦੀ ਹਸਰਤ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਸੁਪਨਿਆਂ ਨੂੰ ਵੀ ਖੰਭ ਲਗਾਏ ਤੇ ਸਮਾਜ ਦੇ ਗਰੀਬ ਤਬਕੇ ਦੇ ਸੁਪਨੇ ਵੀ ਉੱਚੀ ਉਡਾਨ ਭਰਨ ਲੱਗੇ। ਇਹ ਸੰਭਵ ਹੋ ਸਕਿਆ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨਾਲ, ਜਿਨ੍ਹਾਂ ਨੇ ਇਹ ਆਸ ਜਗਾਈ ਕਿ ਹੁਣ ਦੇਸ਼ ਦੇ ਗਰੀਬਾਂ ਦੇ ਵੀ ਪੱਕੇ ਮਕਾਨ ਬਣਨਗੇ। ਪੀਐਮ ਮੋਦੀ ਦਾ ਸੁਪਨਾ ਏ ਕਿ 2022 ਤੱਕ ਦੇਸ਼ ਦੇ तमाम ਗਰੀਬਾਂ ਨੂੰ ਪੱਕਾ ਮਕਾਨ ਮੁਹੱਈਆ ਕਰਵਾਇਆ ਜਾਵੇ। ਆਜ਼ਾਦੀ ਦੇ 75ਵੇਂ ਸਾਲ ਭਾਵ 2022 ਤੱਕ ਹਰ ਵਿਅਕਤੀ ਨੂੰ ਪੱਕਾ ਮਕਾਨ ਉਪਲਬਧ ਕਰਾਉਣ ਦਾ ਸਰਕਾਰ ਦਾ ਸੰਕਲਪ ਹੁਣ ਰੰਗ ਲਿਆ ਰਿਹਾ ਹੈ। 2022 तक हर सिर पर छत देने का प्रयास कर रही है। जब आजादी के 75 साल हो तब हिंदुस्तान में कोई परिवार ऐसा न हो जिसका अपना घर न हो। आज जो मकान बन रहे हैं उनमें शौचालय भी है, सौभाग्य योजना के तहत बिजली भी है, उजाला के तहत एलईडी बल्ब भी लगा है, यानी एक पूरा पैकेज उनको मिल रहा है। इन घरों के लिए सरकार ब्याज में राहत तो दे ही रही है, पहले के मुकाबले अब घरों का एरिया भी बढ़ा दिया गया है। ਇੱਕ ਅਦਦ ਰੋਟੀ ਦੀ ਤਲਾਸ਼ ਵਿੱਚ ਇੱਕ ਅਣਜਾਣੇ ਸ਼ਹਿਰ ਵਿੱਚ ਇੱਕ ਅਣਜਾਣੇ ਮਹਿਮਾਨ ਦਾ ਆਗਮਨ ਸਭ ਤੋਂ ਪਹਿਲਾਂ ਆਪਣੇ ਲਈ ਆਸ਼ੀਆਨੇ ਦੀ ਤਲਾਸ਼ ਕਰਦਾ ਏ। ਫਿਰ ਰੋਜ਼ੀ ਰੋਟੀ ਲਈ ਭੱਜ ਦੌੜ ਸ਼ੁਰੂ ਹੁੰਦੀ ਏ। ਆਸ਼ੀਆਨੇ ਦੀ ਆਸ ਇੱਕ ਅਜਿਹੀ ਤਲਾਸ਼ ਏ ਜਿਸ ਵਿੱਚ ਆਮ ਲੋਕਾਂ ਦੀ ਪੂਰੀ ਜ਼ਿੰਦਗੀ ਖਪ ਜਾਂਦੀ ਏ, ਪਰ ਉਹਨਾਂ ਨੂੰ ਆਪਣਾ ਮਨ ਚਾਹਿਆ ਆਸ਼ੀਆਨਾ ਨਹੀਂ ਮਿਲ ਪਾਉਂਦਾ। ਆਮ ਲੋਕਾਂ ਦੇ ਸੁਪਨਿਆਂ ਵਿੱਚ ਉਡਾਨ ਭਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਉਮੀਦ ਦੀ ਕਿਰਨ ਬਣ ਕੇ ਆਈ। ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਪਿੰਡਾਂ ਦੇ ਲੋਕਾਂ ਨੂੰ ਮਿਲਦਾ ਸੀ, ਹੁਣ ਇਸ ਦੀ ਤਮਕ ਸ਼ਹਿਰਾਂ ਤੱਕ ਪਹੁੰਚ ਗਈ ਹੈ। 4-5 महीने के अंदर LIC हाउसिंग से हमारा वो डिसबर्समेंट मिल गया 4 महीने के अंदर, और वो डिसबर्समेंट मिलने का विद इन फरवरी मार्च 2019 तक जो है हमारा सब्सिडीज़ भी क्लियर हो गया। तो ये सब्सिडीज़ जब क्लियर हुआ तो मैं इसका EMI का फ़र्क जो देखा कि अराउंड 4,500 रुपया का करीब हमारा EMI कम हो गया। 4,500 रुपया EMI कम होने की वजह से क्या है कि मेरे एक बेटे और एक बेटी हैं, तो उनका जो स्कूल फीस है वो मैं देख पा रहा हूँ कि वो 4,500 से हमारा स्कूल फीस में एप्लीकेशन हो गया, जिससे मेरा एक अर्निंग का बर्डन फॉर द 20 ईयर्स 4,500 रुपये से तो एटलीस्ट कम हो गया। ਇਸ ਯੋਜਨਾ ਦਾ ਲਾਭ ਪਹਿਲੀ ਵਾਰ ਮਕਾਨ ਖਰੀਦਣ ਵਾਲੇ ਲਾਭਪਾਤਰੀਆਂ ਨੂੰ ਮਿਲਦਾ ਏ ਜਿਨ੍ਹਾਂ ਦੀ ਸਾਲਾਨਾ ਆਮਦਨੀ MIG 1 ਲਈ 6 ਲੱਖ ਰੁਪਏ ਤੋਂ 12 ਲੱਖ ਰੁਪਏ, ਜਦਕਿ MIG 2 ਲਈ 12 ਲੱਖ ਤੋਂ 18 ਲੱਖ ਰੁਪਏ ਤੱਕ ਹੋਣੀ ਚਾਹੀਦੀ ਏ। ਇਸ ਲਈ ਪਾਤਰਤਾ ਇਹ ਵੀ ਹੋਣੀ ਚਾਹੀਦੀ ਏ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਂ ਤੇ ਕੋਈ ਪੱਕਾ ਮਕਾਨ ਨਾ ਹੋਵੇ। ਵਿਆਜ ਸਬਸਿਡੀ ਬੈਂਕ ਰਾਹੀਂ ਲਾਭਪਾਤਰੀਆਂ ਦੇ ਕਰਜ਼ਾ ਖਾਤਿਆਂ ਵਿੱਚ ਸਿੱਧੇ ਤੌਰ ਤੇ 2,65,000 ਰੁਪਏ ਜਮ੍ਹਾਂ ਕਰਵਾ ਦਿੱਤੇ ਜਾਂਦੇ ਨੇ, ਜਿਸ ਨਾਲ ਮਕਾਨ ਕਰਜ਼ੇ ਤੇ ਮਹੀਨਾਵਾਰ ਕਿਸ਼ਤਾਂ ਘੱਟ ਹੋ ਜਾਂਦੀਆਂ ਨੇ। ਇਸ ਯੋਜਨਾ ਦੇ ਲਾਭਪਾਤਰੀ ਤੋਂ ਜਾਣਦੇ ਹਾਂ ਯੋਜਨਾ ਦੀਆਂ ਖੂਬੀਆਂ ਤੇ ਫਾਇਦੇ। पिछले 2 साल से हम लोग घर लेने के लिए सोच रहे थे। हालांकि मैं एक न्यूली क्वालिफाइड चार्टर्ड अकाउंटेंट, तो फंड का स्टार्टिंग में थोड़ा सा इशू होता है। फिर जाके मुझे एक गवर्नमेंट ऑफ इंडिया के MIG स्कीम के बारे में पता चला, जिसके तहत हमें पता चला कि कुछ स्कीम है गवर्नमेंट की तरफ से कि हमारा कुछ इंटरेस्ट अमाउंट वेव ऑफ हो जाएगा। वैसे तो जब हमने अप्लाई किया था तब पता भी नहीं था, तब हमें एज ऑफ स्टार्ट हमें इसके बारे में कुछ नहीं आइडिया था। बट जब हमने लोन एप्लीकेशन डाली तब हमें बैंक की तरफ से ही पता चला
और एक नॉर्मल सा प्रोसेस था, एक नॉर्मल सा फॉर्म हमसे फिल कराया गया। तो उसके बाद हमने ना कभी बैंक गए ना कभी कुछ पता किया, बस ऑटोमेटिकली कुछ महीने बाद हमारे अकाउंट से लोन अमाउंट कम हो गया। तो ऑल ऑफ सडन हमें इतनी खुशी मिली एक नॉर्मल मिडिल क्लास के लिए घर में बैठे हुए। ਕੋਰੋਨਾ ਮਹਾਮਾਰੀ ਵਿੱਚ ਲਾਕਡਾਊਨ ਦੀ ਵਜ੍ਹਾ ਕਰਕੇ ਸਭ ਤੋਂ ਵੱਧ ਰੋਜ਼ੀ ਰੋਟੀ ਦਾ ਸੰਕਟ ਉਹਨਾਂ ਲੋਕਾਂ ਉੱਪਰ ਆਇਆ ਜੋ ਰੇੜੀ ਫੜੀ ਉੱਪਰ ਦੁਕਾਨਾਂ ਲਗਾਉਂਦੇ ਸਨ। ਉਹਨਾਂ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋ ਗਈ। ਰੇੜੀ ਫੜੀ ਵਾਲਿਆਂ ਦੇ ਦਰਦ ਨੂੰ ਸਮਝਦੇ ਹੋਏ ਭਾਰਤ ਸਰਕਾਰ ਨੇ ਇੱਕ ਸੰਵੇਦਨਸ਼ੀਲ ਫੈਸਲੇ ਵਿੱਚ ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮ ਨਿਰਭਰ ਫੰਡ ਯੋਜਨਾ ਦੀ ਸ਼ੁਰੂਆਤ ਕੀਤੀ ਤੇ ਸਮਾਜ ਦੇ ਆਖਰੀ ਪਾयदान ਤੇ ਬੈਠੇ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਦਾ ਭਰਪੂਰ ਯਤਨ ਕੀਤਾ। इस योजना को ऐसे ही इतना सरल बनाया गया है कि सामान्य से सामान्य व्यक्ति भी इससे जुड़ सके। इसमें टेक्नोलॉजी के माध्यम से ऐसी व्यवस्था की गई है कि रेहड़ी ठेले वाले साथियों को कागज जमा कराने के लिए लंबी लाइनें नहीं लगानी होगी। आप कॉमन सर्विस सेंटर में, नगर पालिका कार्यालय में, बैंक की ब्रांच में जाकर अपना आवेदन अपलोड कर सकते हैं। ਆਵਾਸ ਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਜੂਨ 2020 ਵਿੱਚ PM ਆਤਮ ਨਿਰਭਰ ਸਵੈਨਿਧੀ ਯੋਜਨਾ ਲਾਂਚ ਕੀਤੀ ਗਈ ਸੀ। ਯੋਜਨਾ ਤਹਿਤ ਲਾਕਡਾਊਨ ਤੋਂ ਪ੍ਰਭਾਵਿਤ ਹੋਏ ਰੇੜੀ ਫੜੀ ਵਾਲਿਆਂ ਨੂੰ ਆਪਣੀ ਜੀਵਿਕਾ ਫੇਰ ਤੋਂ ਸ਼ੁਰੂ ਕਰਨ ਵਾਸਤੇ ਰਿਆਇਤੀ ਦਰਾਂ ਉੱਪਰ ਪੂੰਜੀ ਕਰਜ਼ਾ ਦਿੱਤਾ ਗਿਆ, ਜਿਸ ਹੇਠ 10,000 ਰੁਪਏ ਤੱਕ ਦੇ ਕਰਜ਼ੇ ਦੇ ਲਾਭ ਦੀ ਵਿਵਸਥਾ ਕੀਤੀ ਗਈ, ਜਿਸ ਨੂੰ 1 ਸਾਲ ਵਿੱਚ ਮਹੀਨਾਵਾਰ ਕਿਸ਼ਤਾਂ ਰਾਹੀਂ ਚੁਕਾਉਣਾ ਹੁੰਦਾ ਹੈ। लॉकडाउन में हमारे को 3 महीने 4 महीने गिराक नहीं हुआ, हमारे को परेशानी है, गिराक रोटेशन नहीं हुआ पैसे और खाने को भी नहीं मिला। हमारे को बहुत परेशानी है। PM स्वनिधि वाले हमारे को लोन दिए 10,000 और वो लोन दिए बाद में हमारे को मैं कारोबार अच्छा चल रहा मेरा। मैं पर्स बेल्ट चश्मे का व्यवसाय करता हूँ। प्रधानमंत्री स्वनिधि योजना से जो मेरे को 10,000 रुपये का लोन मिला, उससे मेरा धंधा वापस चालू हो गया है। मेरा परिवार और मैं सब बढ़िया व्यवस्थित कमा खा रहे हैं और मेरा लोन 2 या 3 दिन में पास हो गया और पैसे मिल गए। इसके लिए मैं प्रधानमंत्री और मुख्यमंत्री का कोटि कोटि धन्यवाद करना चाहता हूँ। ਰੇੜੀ ਫੜੀ ਉੱਪਰ ਸਮਾਨ ਵੇਚਣ ਵਾਲੇ ਵਿਕਰੇਤਾ ਅਰਥਚਾਰੇ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਨੇ। ਇਹ ਪਥ ਵਿਕਰੇਤਾ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਤੱਕ ਕਿਫਾਇਤੀ ਦਰਾਂ ਉੱਪਰ ਵਸਤਾਂ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ। ਇਹਨਾਂ ਪਥ ਵਿਕਰੇਤਾਵਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੈਂਡਰ, ਖੋਮਚੇ ਵਾਲੇ, ਠੇਲੇ ਵਾਲੇ ਤੇ ਰੇੜੀ ਵਾਲੇ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਪਥ ਵਿਕਰੇਤਾਵਾਂ ਵੱਲੋਂ ਵੇਚੀਆਂ ਜਾਣ ਵਾਲੀਆਂ ਵਸਤਾਂ ਵਿੱਚ ਸਬਜ਼ੀਆਂ, ਫਲ, ਸਟਰੀਟ ਫੂਡ, ਚਾਹ ਪਕੌੜੇ, ਬ੍ਰੈਡ, ਆਂਡੇ, ਵਸਤਰ, ਪੋਸ਼ਾਕਾਂ, ਜੁੱਤੇ, ਚੱਪਲ ਤੇ ਕਿਤਾਬਾਂ ਆਦਿ ਸਮੱਗਰੀ ਸ਼ਾਮਲ ਹੁੰਦੀ ਹੈ। ਇਹਨਾਂ ਸੇਵਾਵਾਂ ਵਿੱਚ ਨਾਈ ਦੀ ਦੁਕਾਨ, ਜੁੱਤੀਆਂ ਗੰਢਣ ਵਾਲੇ, ਪਾਨ ਦੀ ਦੁਕਾਨ ਤੇ ਲਾਂਡਰੀ ਸੇਵਾਵਾਂ ਵੀ ਸ਼ਾਮਲ ਨੇ। लॉकडाउन में मेरा धंधा बंद होने से परेशानी हुई, सरकार से मुझे मुफ्त अनाज मिला। इसके बाद मैंने प्रधानमंत्री स्वनिधि योजना में 10,000 रुपये का लोन लिया, जिससे मुझे ब्याज माफ़ है। आज मेरा परिवार खुश है और मेरा लोन 2 दिन में पास हो गया। मैं प्रधानमंत्री और मुख्यमंत्री जी का धन्यवाद करता हूँ। ਇੱਕ ਸੋਹਣੇ ਸ਼ਹਿਰ ਦੇ ਨਿਰਮਾਣ ਵਿੱਚ ਸੌਖੀ ਆਵਾਜਾਈ ਅਤੇ ਸੰਪਰਕ ਦਾ ਬੇਹੱਦ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਜਦ 2000 ਦੇ ਦਹਾਕੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਰਾਜ ਦੀ ਵਾਗਡੋਰ ਸੰਭਾਲੀ ਸੀ, ਤਦ 1-2 ਸ਼ਹਿਰਾਂ ਨੂੰ ਛੱਡ ਕੇ ਦੇਸ਼ ਭਰ ਵਿੱਚ ਮੈਟਰੋ ਰੇਲ ਦੀ ਸਹੂਲਤ ਨਦਾਰਦ ਸੀ। 2014 ਵਿੱਚ ਸਿਰਫ 5 ਸ਼ਹਿਰਾਂ ਵਿੱਚ ਮੈਟਰੋ ਰੇਲ ਦੀ ਸਹੂਲਤ ਸੀ। ਅੱਜ 18 ਸ਼ਹਿਰਾਂ ਵਿੱਚ ਮੈਟਰੋ ਰੇਲ ਦੀ ਸੇਵਾ ਪੂਰੇ ਸ਼ਬਾਬ ਉੱਤੇ ਹੈ। ਸਾਲ 2025 ਤੱਕ ਇਸ ਨੂੰ 25 ਤੋਂ ਵੱਧ ਸ਼ਹਿਰਾਂ ਵਿੱਚ ਵਿਸਥਾਰ ਦੇਣ ਦੀ ਯੋਜਨਾ ਚੱਲ ਰਹੀ ਹੈ। ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੇ ਸਫ਼ਰ ਵਿੱਚ ਆਪਣੀ ਦੂਰਦ੍ਰਿਸ਼ਟੀ ਤੇ ਕਲਪਨਾ ਨਾਲ PM ਮੋਦੀ ਨੇ ਦੇਸ਼ ਭਰ ਵਿੱਚ ਮੈਟਰੋ ਰੇਲ ਦਾ ਜਾਲ ਵਿਛਾ ਦਿੱਤਾ, ਜੋ ਸ਼ਹਿਰੀਕਰਨ ਨੂੰ ਪ੍ਰਵਾਨ ਚੜਾਉਂਦੇ ਨੇ। पहले की सरकारों की जो अप्रोच थी, हमारी सरकार कैसे काम कर रही है, इसका बेहतरीन उदाहरण क्या फर्क था, ये बहुत भली भांति देश में मेट्रो नेटवर्क का विस्तार से पता चलता है। 2014 से पहले के 10-12 साल में सिर्फ
225 किलोमीटर मेट्रो लाइन ऑपरेशनल हुई थी। वहीं बीते 6 साल में 450 किलोमीटर से ज्यादा मेट्रो नेटवर्क चालू हो चुका। इस समय देश के 27 शहरों में 1000 किलोमीटर से ज्यादा के नए मेट्रो नेटवर्क पर काम चल रहा है। ਇੱਕ ਜ਼ਮਾਨਾ ਸੀ ਜਦੋਂ ਦਿੱਲੀ ਵਰਗੇ ਵੱਡੇ ਮਹਾਨਗਰਾਂ ਵਿੱਚ ਬਲੂ ਲਾਈਨ ਬੱਸਾਂ ਵਿੱਚ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਸੀ। ਬੱਸਾਂ ਵਿੱਚ ਮਹਿਲਾਵਾਂ ਤੋਂ ਲੁੱਟ-ਖੋਹ ਅਤੇ ਚੋਰੀ ਵਰਗੀਆਂ ਘਟਨਾਵਾਂ ਦੀ ਖਬਰ ਆਮ ਸੀ। ਪਰ ਹੁਣ ਵਕਤ ਨੇ ਕਰਵਟ ਬਦਲੀ ਏ ਅਤੇ ਦਿੱਲੀ ਵਿੱਚ ਮੈਟਰੋ ਰੇਲ ਨੈਟਵਰਕ ਨੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰ ਲਿਆ ਏ। ਮਹਿਲਾਵਾਂ ਲਈ ਬਾਕਾਇਦਾ ਵੱਖਰਾ ਡੱਬਾ ਏ ਜਿਸ ਵਿੱਚ ਮਹਿਲਾਵਾਂ ਬੇਖੌਫ ਹੋ ਕੇ ਸਫ਼ਰ ਕਰ ਰਹੀਆਂ ਨੇ। ਦਿੱਲੀ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਮੈਟਰੋ ਰੇਲ ਦੀ ਪਹੁੰਚ ਨਾ ਹੋਵੇ ਜਾਂ ਮੈਟਰੋ ਰੇਲ ਦੇ ਵਿਸਥਾਰ ਦੀ ਇਬਾਰਤ ਨਾ ਲਿਖੀ ਜਾ ਰਹੀ ਹੋਵੇ। मोदी जी जो कर रहे हैं वो हमारे देश के लिए कर रहे हैं और मुझे लगता है कि ये एक सही रास्ता है और जिससे कि सारे लोगों को जो इतना ऑटो जो करना पड़ता है, टैक्सी करना पड़ता है, जो इससे लोग ट्रांसपोर्ट से परेशान होते हैं, तो ये एक सही ऑप्शन होता है मेट्रो का। मोदी जी ने जो इनिशिएटिव लिया है कि हर शहर को थोड़ा मेट्रो देने के लिए जो किया है, बहुत ही सही डिसीजन लिया है क्योंकि हर शहर में हर बच्चों को वही प्रॉब्लम हो रही है। ट्रैवलिंग की इश्यूज़ हैं, ट्रैफिक इश्यूज़ हैं और सेफ्टी सिक्योरिटी इश्यूज़ हैं। तो ऑब्वियस सी बात है वो एक शहर से तो काम नहीं चलेगा। अगर आपको पूरे इंडिया को अगर आगे बढ़ाना है तो हर शहर में ये चीज़ों को लागू करना पड़ेगा। जिस हिसाब से पहले देखा और अब में काफ़ी चेंजेस है और अच्छी बात है और आगे भी ऐसे ही होना चाहिए। ਜਿਵੇਂ ਕਾਂਗਰਸ 50 ਸਾਲ ਸੱਤਾ ਵਿੱਚ ਰਹੀ, ਅਸੀਂ ਉਵੇਂ ਹੀ ਨਰਿੰਦਰ ਮੋਦੀ ਦੀ ਕਾਮਨਾ ਕਰਦੇ ਹਾਂ। ਅੱਜ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਮੈਟਰੋ ਰੇਲ ਦੀਆਂ ਪਟੜੀਆਂ ਵਿਛਾਈਆਂ ਜਾ ਰਹੀਆਂ ਨੇ। ਦਿੱਲੀ NCR ਸਮੇਤ ਦੇਸ਼ ਭਰ ਵਿੱਚ ਮੈਟਰੋ ਨੈਟਵਰਕ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ। ਮੌਜੂਦਾ ਸਮੇਂ 27 ਸ਼ਹਿਰਾਂ ਵਿੱਚ 1058 ਕਿਲੋਮੀਟਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਨਿਰਮਾਣ ਕੰਮ ਪੂਰਾ ਹੋਣ ਉੱਪਰ ਦੇਸ਼ ਵਿੱਚ ਮੈਟਰੋ ਦਾ ਨੈਟਵਰਕ 1779 ਕਿਲੋਮੀਟਰ ਦਾ ਹੋ ਜਾਵੇਗਾ। ਮੌਜੂਦਾ ਸਮੇਂ 18 ਸ਼ਹਿਰਾਂ ਦੇ 721 किलोमीटर नेटवर्क ऊपर मेट्रो सफलतापूर्वक चल रही है। मेट्रो सुविधाएं से लोग इजीली कनेक्ट कर पा रहे हैं। जो ये बड़े तरीके से मेट्रो कनेक्ट हो रही है तो दूर दराज स्थानों पे भी लोग जॉब करने का सोच रहे हैं। ट्रांसपोर्टेशन सिस्टम मेट्रो इज़ बेटर देन अदर ट्रांसपोर्टेशन सिस्टम। ये टाइम से पहुंच जाते हैं। मेट्रो भी जाने से लोग अपने आसानी से ऑफिस, कॉलेज, यूनिवर्सिटी और तमाम जगहों पर सही समय पर पहुंच जाते हैं। और ये जो अभी बिछ रहा है इससे पहले भी बिछाने की ज़रूरत थी क्योंकि तमाम देशों में पहले ही मेट्रो बिछ चुका है, लेकिन हमारा देश अभी विकसित हो रहा है। लेकिन अच्छी बात यह देर ही है लेकिन दुरुस्त है। ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਜਦ ਸਭ ਕੁਝ ਠੱਪ ਸੀ, ਭਾਰਤੀ ਰੇਲ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਸੀ। ਦੇਸ਼ ਭਰ ਵਿੱਚ ਲੱਖਾਂ ਮਜ਼ਦੂਰ ਵੱਡੇ ਸ਼ਹਿਰਾਂ ਵਿੱਚ ਫਸੇ ਹੋਏ ਸਨ ਜੋ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸਨ। ਭਾਰਤੀ ਰੇਲ ਨੇ ਪਰਿਵਾਰਾਂ ਨਾਲ ਵਿਛੜੇ ਹੋਏ ਮੁਸਾਫਰਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਸ਼੍ਰਮਿਕ ਸਪੈਸ਼ਲ ਗੱਡੀਆਂ ਚਲਾਈਆਂ ਤੇ ਲੱਖਾਂ ਮੁਸਾਫਰਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਿੱਚ ਵੱਡੀ ਭੂਮਿਕਾ ਨਿਭਾਈ। अच्छा हुआ कि हम लोग को ट्रेन चालू करके दी। हम लोग गांव जा रहे हैं, हम लोग को बहुत खुशी हो रही है कि हम अपने गांव पहुंच जाएं। ਇਸ ਤੋਂ ਇਲਾਵਾ ਕਨੈਕਟੀਵਿਟੀ ਦੇ ਮੋਰਚੇ ਉੱਪਰ ਵੀ ਭਾਰਤੀ ਰੇਲ ਨੇ ਬਹੁਤ ਤਰੱਕੀ ਕੀਤੀ ਏ ਤੇ ਹਵਾਈ ਜਹਾਜ਼ ਦੀ ਤਰਜ਼ ਉੱਪਰ ਅਤ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਚਲਾ ਕੇ ਮੁਸਾਫਰਾਂ ਨੂੰ ਬੀਤੇ ਕੁਝ ਇੱਕ ਸਾਲਾਂ ਵਿੱਚ ਤੋਹਫੇ ਦਿੱਤੇ ਨੇ। ਗਤੀਮਾਨ ਤੇ ਵੰਦੇ ਭਾਰਤ ਵਰਗੀਆਂ ਸੈਮੀ ਹਾਈ ਸਪੀਡ ਗੱਡੀਆਂ ਭਾਰਤ ਵਿੱਚ ਬੁਲੇਟ ਟ੍ਰੇਨ ਦੀ ਉਮੀਦ ਜਗਾਉਂਦੇ ਨੇ। ਭਾਰਤੀ ਰੇਲ ਆਉਣ ਵਾਲੇ ਦਿਨਾਂ ਵਿੱਚ ਬਦਲਦੇ ਭਾਰਤ ਦੀ ਬਦਲਦੀ ਤਸਵੀਰ पेश ਕਰਨ ਲਈ उत्सुक है। सफाई है, पहले ऐसा नहीं होता था। पहले स्टेशन का हाल बहुत बुरा रहता था, स्पेशली क्लीनलीनेस को लेके, और ट्रेनें भी टाइम पे नहीं चलती थी। अभी जो ये फास्ट ट्रेनें आने से स्पेशली बिजनेस क्लास और जो कॉर्पोरेट सेक्टर के जो रेगुलर ट्रैवलर हैं उनके लिए तो बहुत फ़ायदेमंद है। गवर्नमेंट का प्लान है कि हाई स्पीड की ट्रेनें चलाने की, तो उसमें नई टेक्नोलॉजी के माध्यम से अगर नई ट्रेनें आती हैं, नए टेक्नोलॉजी होते हैं, समय बचता है, तो ये पैसेंजर के लिए और देश के विकास के लिए बेहतर है। इंडिया में बहुत ज़्यादा पॉपुलेशन ट्रेन से ही अलग अलग जगह जाती है,
तो अगर हाई स्पीड ट्रेन होगी तो इंडिया में भी लोग फटाफट से दूसरी जगह पहुंच पाएंगे। जैसे पहले ट्रेन डिले बहुत होती थी तो लोगों का बहुत टाइम वेस्ट होता था, इसलिए इंडियन रेलवे उतना बेस्ट नहीं था, बट अब इट इज़ कमिंग टू कम्पीट विद द अदर कंट्रीज़ ऑल्सो। वंदे भारत और गतिमान ट्रेन जो है वो फास्ट चलती है, बट बुलेट ट्रेन उससे भी फास्ट है और बेटर है। और जो आज की जनरेशन है वो अब एयरप्लेन में जाने की कोशिश करती है क्योंकि बहुत फास्ट होती है और ट्रेन्स बहुत स्लो होती हैं, तो इसलिए अगर बुलेट ट्रेन्स आ जाएंगी तो बहुत फास्ट चलेंगी जो हैं, तो इसलिए बहुत आगे की जनरेशन उसको प्रेफर करेंगी। अगर वंदे भारत जैसी ट्रेन्स और भी आती हैं, बुलेट ट्रेन्स आती हैं, तो डेफिनेटली हमारा जो इकोनॉमी है उसको भी बहुत फ़ायदा होगा। ਪਿੰਡਾਂ ਦੇ ਮੱਧ ਵਰਗ ਦੀਆਂ ਆਸਾਂ ਵੀ ਹਲੋਰੇ ਮਾਰ ਰਹੀਆਂ ਨੇ ਤੇ ਉਹਨਾਂ ਨੂੰ ਸ਼ਹਿਰੀਕਰਨ ਦੀ ਖਿੱਚ ਬਾਖੂਬੀ ਲੁਭਾ ਰਹੀ ਏ। ਹੁਣ ਉਹ ਬੀਤੇ ਜ਼ਮਾਨੇ ਦੀਆਂ ਗੱਲਾਂ ਨੇ ਜਦ ਸ਼ਹਿਰੀਕਰਨ ਨੂੰ ਆਲੋਚਕ ਸਰਾਪ ਮੰਨਦੇ ਸਨ। ਹੁਣ ਸ਼ਹਿਰੀਕਰਨ ਵਰਦਾਨ ਬਣ ਗਿਆ ਏ, ਸ਼ਹਿਰੀਕਰਨ ਮੌਕਾ ਬਣ ਗਿਆ ਏ। ਪਿੰਡਾਂ ਦੀਆਂ ਝੌਂਪੜੀਆਂ ਵੀ ਬੇਚੈਨ ਨੇ ਸ਼ਹਿਰੀਕਰਨ ਦੀ ਪਟਕਥਾ ਲਿਖਣ ਨੂੰ। ਪਿੰਡਾਂ ਤੱਕ ਵਿਕਾਸ ਦੀ ਝਿਲਮਿਲ ਜਿਹੀ ਪਹੁੰਚਣ ਵਾਲੀ ਕਿਰਨ ਦੀ ਜਗਮਗਾਹਟ ਜੇ ਵੱਧ ਰਹੀ ਏ ਤਾਂ ਸ਼ਹਿਰਾਂ ਦੇ ਚਕਾਚੌਂਦ ਤੋਂ ਅੱਖਾਂ ਸੱਚਮੁੱਚ ਝੁੰਦਿਆ ਰਹੀਆਂ ਨੇ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ PM ਮੋਦੀ ਨੇ ਸ਼ਹਿਰੀਕਰਨ ਦਾ ਜੋ ਸੁਪਨਾ ਵੇਖਿਆ ਸੀ, ਉਹ ਸੁਪਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਸਾਕਾਰ ਹੋ ਰਹੇ ਨੇ। ਦੇਸ਼ ਦੇ ਛੋਟੇ ਤੋਂ ਲੈ ਕੇ ਵੱਡੇ ਸ਼ਹਿਰ ਦੀ पूरी व्यवस्था बदल रही है। दुनिया के टॉप 10 सबसे तेजी से विकसित होते शहरों में सारे 10 शहर भारत के शहर है। यानी देश जितनी तेजी से विकास की गति को पकड़ रहा है उसका एक मजबूत हिस्सा हमारे शहर रहने वाले लोग हैं। ਸਮਾਰਟ ਸਿਟੀ ਸਿਰਫ ਸ਼ਹਿਰਾਂ ਦੀ ਉੱਪਰਲੀ ਦਿੱਖ ਨੂੰ ਚਮਕਾਉਣ ਵਾਸਤੇ ਨਹੀਂ, ਬਲਕਿ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੀ ਇੱਕ ਮਜ਼ਬੂਤ ਪਰਿਕਲਪਨਾ ਦਾ ਨਾਂ ਹੈ, ਜਿਸ ਅਧੀਨ ਹਰ ਨਲ ਵਿੱਚ ਜਲ, ਕੂੜਾ ਪ੍ਰਬੰਧਨ ਤੇ ਸ਼ਹਿਰ ਨੂੰ CCTV ਯੁਕਤ ਬਣਾਉਣ ਦੀ ਮਜ਼ਬੂਤ ਬੁਨਿਆਦ ਵੀ ਦਿਖਦੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨੂੰ ਵਿਸ਼ਵ ਪੱਧਰੀ ਸਰੂਪ ਦੇਣ ਵਾਸਤੇ ਸਮਾਰਟ ਸਿਟੀਜ਼ ਮਿਸ਼ਨ ਹੇਠ ਭਾਰਤ ਸਰਕਾਰ ਨੇ 100 ਸ਼ਹਿਰਾਂ ਦੀ ਚੋਣ ਜਨਵਰੀ 2016 ਤੋਂ 2018 ਦੇ ਦਰਮਿਆਨ 4 ਪੜਾਵਾਂ ਵਿੱਚ ਕੀਤੀ ਹੈ। 9 ਜੁਲਾਈ 2021 ਤੱਕ ਇਨ੍ਹਾਂ ਸ਼ਹਿਰਾਂ ਨੇ 1,80,873 ਕਰੋੜ ਰੁਪਏ ਦੀ ਲਾਗਤ ਵਾਲੀਆਂ 6,017 ਯੋਜਨਾਵਾਂ ਲਈ ਟੈਂਡਰ ਜਾਰੀ ਕੀਤੇ ਨੇ। ਇਨ੍ਹਾਂ ਵਿੱਚੋਂ 48,150 ਕਰੋੜ ਰੁਪਏ ਦੀਆਂ 2,781 ਯੋਜਨਾਵਾਂ ਪੂਰੀਆਂ ਹੋ ਚੁੱਕੀਆਂ ਨੇ। ਜਦ ਦੇਸ਼ ਦੇ 100 ਸਮਾਰਟ ਸਿਟੀ ਅਤ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਕੇ ਹੋਂਦ ਵਿੱਚ ਆਉਣਗੇ, ਤਦ ਦੇਸ਼ ਦੇ ਪ੍ਰਧਾਨ ਸੇਵਕ ਦਾ ਸਮਾਜਿਕ ਨਿਆਂ ਦਾ ਸੁਪਨਾ ਵੀ ਪੂਰਾ ਹੋਵੇਗਾ। ਸ਼ਹਿਰ ਜਗਮਗ ਹੋਣਗੇ ਤਾਂ ਸਮਾਜ ਦੇ ਆਖਰੀ ਵਿਅਕਤੀ ਨੂੰ ਰੋਜ਼ਗਾਰ ਤੋਂ ਲਾਭ ਮਿਲੇਗਾ ਤੇ ਉਹਨਾਂ ਨੂੰ ਨਿਆਂ ਦੇ ਨਾਲ ਵਿਕਾਸ ਨਾਲ ਜੁੜਨ ਦਾ ਮੌਕਾ ਮਿਲੇਗਾ। ਇੱਕ ਕੁਸ਼ਲ ਪ੍ਰਸ਼ਾਸਕ ਤੇ ਸੁਪਨੇ ਦੇਖਣ ਵਾਲੇ ਰਾਜਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦੀ ਵਜ੍ਹਾ ਕਰਕੇ ਪਿੰਡ, ਗਰੀਬ, ਕਿਸਾਨ ਤੇ ਸਮਾਜ ਦੇ ਆਖਰੀ ਤਬਕੇ ਦਾ ਵਿਕਾਸ ਸਭ ਤੋਂ ਉੱਪਰ ਹੈ, ਜੋ ਉਹਨਾਂ ਦੇ 20 ਸਾਲ ਦੀ ਸੇਵਾ ਤੇ ਸਮਰਪਣ ਦੀ ਮੁਕੰਮਲ ਦਾਸਤਾਨ ਨੂੰ ਬਿਆਨ ਕਰਦੇ ਨੇ।